ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਵਾਰ ਫਿਰ ਮੁੜ ਤੋਂ ਅਣਗਹਿਲੀ ਦੀ ਵੱਡੀ ਉਦਾਹਰਨ ਸਾਹਮਣੇ ਆਈ ਹੈ, ਜਿੱਥੇ ਇੱਕ ਮਾਂ ਵੱਲੋਂ ਹਸਪਤਾਲ ਦੇ ਬਾਹਰ ਪਾਰਕ ਵਿੱਚ ਹੀ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਗਿਆ। ਇਹਨਾਂ 'ਚੋਂ ਇੱਕ ਲੜਕਾ ਹੈ ਤੇ ਇੱਕ ਲੜਕੀ। ਇੱਕ ਮਿੰਟ। दरअसल यह मां हस्पताल ਦੇ ਵਿੱਚ ਜਦੋਂ ਆਈ ਤਾਂ ਉਸਨੇ ਦਰਦ ਹੋਣ ਦੀ ਗੱਲ ਆਖੀ, ਪਰ ਹਸਪਤਾਲ ਨੇ ਉਸਨੂੰ ਕੋਈ ਟੈਸਟ ਕਰਨ ਲਈ ਸੀ ਐਮਸੀ ਰੈਫਰ ਕਰ ਦਿੱਤਾ। ਇਸੇ ਦੌਰਾਨ ਗਰੀਬ ਪਰਿਵਾਰ ਲੰਬਾ ਸਮਾਂ ਐਂਬੂਲੈਂਸ ਦੀ ਉਡੀਕ ਕਰਦਾ ਰਿਹਾ, ਪਰ ਐਂਬੂਲੈਂਸ ਨਹੀਂ ਮਿਲੀ। ਦਰਦ ਇੰਨਾ ਭਿਆਨਕ ਸੀ ਕਿ ਮਾਂ ਨੇ ਜੱਚਾ ਬੱਚਾ ਹਸਪਤਾਲ ਦੇ ਬਾਹਰ ਬਣੇ ਪਾਰਕ ਵਿੱਚ ਹੀ ਦੋ ਬੱਚਿਆਂ ਨੂੰ ਜਨਮ ਦੇ ਦਿੱਤਾ। ਪਾਰਕ 'ਚ ਬੈਠੀ ਮਹਿਲਾਵਾਂ ਨੇ ਬੱਚੀ ਦੀ ਮਦਦ ਕੀਤੀ। ਕੋਈ ਵੀ ਹਸਪਤਾਲ ਦੇ ਸਟਾਫ ਦਾ ਡਾਕਟਰ ਨਹੀਂ ਆਇਆ। ਬੱਚਿਆਂ ਦੀ ਹਾਲਤ ਗੰਭੀਰ ਦੇਖते हुए ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। क्या नाम है आपका और क्या हुआ आपके साथ? संतोष कुमार मेरा नाम है। क्या हुआ? क्या यहाँ पे लाया था मैंने, डिलीवरी के लिए लाया था। तो कल लाया था सुबह 9 बजे। 9 बजे लाया। उसके बाद में यहाँ पे दिनामान हमको दौड़ाते रहे कि ये कागज़ बनवा लो, वो वहाँ से करा लो, रिपोर्ट दुनियादारी क्या कराया इसने। सब करवा के 10 बजे रात में खून की जाँच, खून दिया चढ़ाने को। तब वहाँ चढ़ा के सुबह फिर यहाँ रो रहे थे, कोई सुन नहीं रहे थे दवाई वही करने के लिए, न कोई एक टिकिया ही नहीं दिया दे रही थी। फिर मैंने ये पर्ची लेके गया यहाँ पे जब जांच करा के, तो इन्होंने कहा कि जाओ चले जाओ वहाँ अस्पताल को, दूसरे लिख दिया कि जाओ इसकी दिल की जांच करा लो। तो मैंने लेके जा रहा था बाहर, पार्क में पहुँचा था, बैठा था, वहीं पे हो गया था, डिलीवरी हो गई। नहीं, आपको जब इन्होंने बोला कि लेके जाओ जांच के लिए, तो आपको कोई स्ट्रेचर, व्हीलचेयर वगैरह कुछ मिला? नहीं, कोई नहीं मिला मेरे को कोई नहीं बताया कि कहाँ से ले जाओ कहाँ से न ले जाओ। तो मैं पैदल ही जा रहा था। हाँ। और जब पार्क में जब डिलीवरी हो रहा था आपने इनको बताया, उसके कितनी देर बाद पहुंचे वहाँ? उसके बाद कम से कम नहीं 10 मिनट लग गया होगा यहाँ से जाने में। जब मैं वहाँ से दौड़ के आया यहाँ पे बताने, तब यहाँ से गए थे। हाँ, जब पहुंचे तो डिलीवरी हो चुकी थी? हाँ, हो गई थी। बच्चे निकल आए थे सब। कितने बच्चे? 2 बच्चे निकले। बच्चे ठीक ठाक है? हाँ, बच्चे तो ठीक है, वैसे दिखा रहे हैं। मतलब जो अंदर स्टाफ ने, डॉक्टरों ने कोई केयर नहीं की, कुछ नहीं मिला यहाँ आपको हेल्प क्या मिला? जब वहीं पे हो गए तो क्या हेल्प यहाँ रह गया? बच्चे तो वहीं हो गए, उठा के लेके आई हैं। तो आप क्या मांग करते हो प्रशासन से, सरकार से क्या कहना चाहते हो? पेशेंट वाज नॉट इन लेबर। पेशेंट ਦੀਆਂ ਸਾਰੀਆਂ ਇਨਵੈਸਟੀਗੇਸ਼ਨਸ ਹੋਈਆਂ, ਅਲਟਰਾਸਾਊਂਡ ਹੋਇਆ। पेशेंट ਨੂੰ 17th ਨੂੰ ਇੱਕ ਬੀਟੀ ਅਰਜੈਂਟ ਲਗਾਇਆ ਗਿਆ, और फिर 18th ਨੂੰ ਫਿਰ ਉਹਨੂੰ ਇੱਕ ਬਲੱਡ ਟ੍ਰਾਂਸਫਿਊਜ਼ਨ ਐਜ਼ ਅਰਜੈਂਟ ਲਗਾਈ ਗਈ। ਤੇ ਪੇਸ਼ੈਂਟ ਦੀ ਮੈਡੀਕਲ ਸਪੈਸ਼ਲਿਸਟ ਨੇ, ਕਿਉਂਕਿ ਉਹਨੂੰ ਅਨੀਮੀਆ ਤੇ ਜੌਂਡਿਸ ਸੀ, ਇਸ ਕਰਕੇ ਮੈਡੀਕਲ ਸਪੈਸ਼ਲਿਸਟ ਨੇ ਉਹਨੂੰ ਦੋਨੇ ਦਿਨ ਕਾਲ ਕਰਵਾ ਕੇ ਉਹਨੂੰ ਦੇਖਿਆ, ਉਹਦੀ ECG ਕਰਵਾਈ ਤਾਂ ਉਹਦੇ 'ਚ ਥੋੜ੍ਹੀਆਂ ਜਿਹੀਆਂ ਚੇਂਜਸ, ਟੀ ਵੇਵ ਇਨਵਰਸ਼ਨ ਆ ਰਹੀ ਸੀ, ਜਿਸ ਕਰਕੇ ਮੈਡੀਕਲ ਸਪੈਸ਼ਲਿਸਟ ਨੇ ਉਹਨੂੰ ਇਕੋਕਾਰਡੀਓਗ੍ਰਾਫੀ ਐਡਵਾਈਸ ਕੀਤੀ। ਪੇਸ਼ੈਂਟ ਨੂੰ ਇਕੋਕਾਰਡੀਓਗ੍ਰਾਫੀ ਲਈ ਜਦੋਂ ਡਾਕਟਰ ਔਨ ਡਿਊਟੀ ਨੇ ਕਿਹਾ ਕਿ ਤੁਸੀਂ ਇਕੋਕਾਰਡੀਓਗ੍ਰਾਫੀ CMC ਚੋਂ ਕਰਵਾ ਕੇ ਲਿਆਇਓ, ਉਸ ਵੇਲੇ ਪੇਸ਼ੈਂਟਸ ਨੂੰ ਕੋਈ ਪੇਨਸ ਨਹੀਂ ਸੀ, ਨਾ ਹੀ ਪੇਸ਼ੈਂਟ ਨੇ ਡਾਕਟਰ ਨੂੰ ਕੋਈ ਪੇਨ ਦੀ ਕੰਪਲੇਨ ਕੀਤੀ। ਤੇ ਜਿਹੜਾ ਡਾਕਟਰ ਔਨ ਡਿਊਟੀ ਸੀਗਾ ਉਹਨੇ ਐਂਬੂਲੈਂਸ ਅਰੇਂਜ ਕਰ ਰਿਹਾ ਸੀਗਾ, ਤੇ ਕਿਉਂਕਿ ਇਦਾਂ ਕੋਈ ਅਰਜੈਂਟ ਇਕੋ ਤਾਂ ਹੈ ਨਹੀਂ ਸੀਗੀ, ਨੈਕਸਟ ਡੇ ਵੀ ਹੋ ਸਕਦੀ ਸੀਗੀ, ਪੇਸ਼ੈਂਟ ਤਾਂ ਸਾਡੇ ਕੋਲ ਐਡਮਿਟਡ ਸੀ, ਉਹਦਾ ਟ੍ਰੀਟਮੈਂਟ ਚੱਲ ਰਿਹਾ ਸੀ, ਤਾਂ ਉਹ ਐਂਬੂਲੈਂਸ ਅਰੇਂਜ ਕਰ ਰਿਹਾ ਸੀ, ਦੂਸਰੇ ਪੇਸ਼ੈਂਟ ਨੂੰ ਵੀ ਅਟੈਂਡ ਕਰ ਰਿਹਾ ਸੀ। ਇਨ ਦ ਮੀਨ ਟਾਈਮ ਪੇਸ਼ੈਂਟ ਆਪਣੇ ਆਪ ਚਲਾ ਗਿਆ ਬਾਹਰ, ਪਾਰਕ 'ਚ ਬੈਠ ਗਿਆ, ਤੇ ਉੱਥੇ ਉਹਦੀ ਪ੍ਰੀਮੈਚੁਰ ਪ੍ਰੈਸੀਪਿਟੇਟ ਲੇਬਰ ਹੋ ਗਿਆ, ਜਿਹੜਾ ਕਿ ਅਨੀਮੀਆ ਜੌਂਡਿਸ ਦੇ ਪੇਸ਼ੈਂਟਸ ਟਵਿਨ ਪ੍ਰੈਗਨੈਂਸੀ ਦੇ ਵਿੱਚ, ਕਿਉਂਕਿ ਬੇਬੀਜ਼ ਦਾ ਸਾਈਜ਼ ਵੇਟ ਛੋਟਾ ਸੀਗਾ, 930 ਗ੍ਰਾਮਸ ਦੇ ਕਰੀਬ ਸੀ, ਤਾਂ ਪ੍ਰੈਸੀਪਿਟੇਟ ਲੇਬਰ ਨੋਨ ਹੈ। ਪਰ ਫਿਰ ਵੀ ਅਸੀਂ ਇਨਕੁਆਇਰੀ ਕਰਾਂਗੇ, ਅਸੀਂ ਦੇਖਾਂਗੇ ਕਿ ਕਿਉਂ ਸਿਕਿਉਰਿਟੀ ਗਾਰਡ ਨੇ ਪੇਸ਼ੈਂਟ ਨੂੰ ਇੱਦਾਂ ਬਾਹਰ ਪਾਰਕ 'ਚ ਬੈਠਣ ਲਈ ਜਾਣ ਦਿੱਤਾ। ਇਹ ਇਨਕੁਆਇਰੀ ਕਰਕੇ ਮੈਮ ਇਕੋ ਦੀ ਸੁਵਿਧਾ ਸਿਵਲ ਹਸਪੀਟਲ 'ਚ ਨਹੀਂ ਹੈ ਜੀ? ਇਕੋ ਕਾਰਡੀਓਗ੍ਰਾਫੀ ਹੁੰਦੀ ਹੈ ਸਿਵਲ ਹਸਪੀਟਲ 'ਚ, 2 ਡੇਜ਼ ਹੁੰਦੀ ਹੈ, ਟਿਊਜ਼ਡੇ ਐਂਡ ਥਰਸਡੇ ਜੀ। ਤੇ ਇਹ ਕਿਉਂਕਿ ਮਤਲਬ ਪੇਸ਼ੈਂਟ ਨੂੰ ਐਡਵਾਈਸ ਥਰਸਡੇ ਨੂੰ ਲੇਟਰ ਔਨ ਹੋਈ ਹੋਣੀ ਹੈ 3 PM ਤੋਂ ਬਾਅਦ, ਇਸ ਕਰਕੇ ਜਿਹੜੇ ਉਸ ਤੋਂ ਇਲਾਵਾ ਕੋਈ ਕਿਸੇ ਨੂੰ ਲੋੜ ਹੁੰਦੀ ਹੈ ਤਾਂ ਅਸੀਂ ਉਹਨੂੰ CMC ਗਵਰਨਮੈਂਟ ਰੇਟ ਤੇ, ਕੰਸੈਸ਼ਨਲ ਰੇਟ ਤੇ ਇਕੋ ਕਾਰਡੀਓਗ੍ਰਾਫੀ ਪੇਸ਼ੈਂਟ CMC ਤੋਂ ਕਰਵਾਉਂਦੇ। ਮੈਮ ਐਂਬੂਲੈਂਸ ਕਿੰਨੀਆਂ ਨੇ ਆਪਣੇ ਕੋਲ ਸਿਵਲ ਹਸਪੀਟਲ 'ਚ? ਆਪਣੇ ਕੋਲ ਇਸ ਵੇਲੇ 3 ਐਂਬੂਲੈਂਸਿਸ ਤੇ ਇੱਕ ALS ਜਿਹੜੀ ਐਡਵਾਂਸਡ ਲਾਈਫ ਸੇਵਿੰਗ ਐਂਬੂਲੈਂਸ ਹੁੰਦੀ ਹੈ, ਉਹ ਵੀ ਹੈਗੀ। ਡਰਾਈਵਰ ਕਿੰਨੇ ਨੇ ਆਪਣੇ ਕੋਲ ਜੀ? ਡਰਾਈਵਰ ਵੀ ਆਪਣੇ ਕੋਲ ਮਤਲਬ 3 ਡਰਾਈਵਰ ਹੈ, ਤੇ ਜਿਹੜੀ ALS ਐਂਬੂਲੈਂਸ ਹੈ ਉਹ 108 ਮੈਨੇਜ ਕਰਦੀ ਹੈ। ਮੈਮ 3 ਡਰਾਈਵਰ ਨੇ 3 ਐਂਬੂਲੈਂਸ ਦੇ ਉੱਪਰ, ਫਿਰ ਉਹ 8-8 ਘੰਟੇ ਦੀ ਡਿਊਟੀ ਕਿੱਦਾਂ ਕਰਦੇ ਹੋਣਗੇ? ਜੇ ਇੱਕ ਦਿਨ 'ਚ ਤੁਹਾਨੂੰ 3 ਐਂਬੂਲੈਂਸ, ਉਹਨੂੰ ਐਂਬੂਲੈਂਸ ਲਈ ਅਸੀਂ ਉਹਨੂੰ ਕਹਿ ਹੀ ਰਹੇ ਸੀਗੇ, ਇਹ ਨਹੀਂ ਹੈ ਕਿ ਉਹਨੂੰ ਉਸ ਵੇਲੇ ਐਂਬੂਲੈਂਸ ਬਿਜ਼ੀ ਸੀ ਜਾਂ ਕੁਛ ਸੀ, ਕਿਉਂਕਿ ਪੇਸ਼ੈਂਟ ਨੂੰ
ਖੁਦ ਇਹ ਲੱਗ ਰਿਹਾ ਸੀ ਕਿ ਮੈਂ ਐਂਬੂਲੇਟਰੀ ਹੈ, ਮੈਂ ਵਾਕ ਡਾਊਨ ਕਰ ਰਹੀ ਹਾਂ, ਤਾਂ ਉਹ ਜਾ ਕੇ ਬਾਹਰ ਬੈਠ ਗਈ। ਇਹ ਨਹੀਂ ਕਿ ਨਹੀਂ ਅਰੇਂਜ ਹੋ ਰਹੀ ਸੀ, ਉਹ ਮਤਲਬ ਅਰੇਂਜ ਹੋ ਰਹੀ ਸੀ, ਥੋੜਾ ਟਾਈਮ ਤਾਂ ਲੱਗਦਾ ਹੀ ਹੈ ਨਾ ਐਂਬੂਲੈਂਸ ਨੂੰ। ਇੱਕ ਮੈਮ ਹੋਰ ਅਸੀਂ ਆਪਣੇ ਵੱਲੋਂ ਤਾਂ ਸਿਕਿਉਰਿਟੀ ਗਾਰਡ ਵੀ ਲੇਬਰ ਰੂਮ ਦੇ ਵਿੱਚ ਬਾਹਰ ਹੈ, ਅਸੀਂ ਉਹਨੂੰ ਇੰਸਟਰਕਸ਼ਨ ਤਾਂ ਦਿੱਤੀਆਂ, ਪਰ ਕਈ ਵਾਰੀ ਜਿਹੜੇ ਪੇਸ਼ੈਂਟਸ ਦੇ ਰਿਲੇਟਿਵਸ ਹੁੰਦੇ ਆ ਉਹ ਬਹੁਤ ਕਹਿਣ ਦੇ ਬਾਵਜੂਦ ਵੀ ਨਹੀਂ ਮੰਨਦੇ ਤੇ ਉਹ ਲੜਾਈ ਕਰਦੇ ਆ। ਆਪਣੇ ਵੱਲੋਂ ਤਾਂ ਅਸੀਂ ਪੂਰੀ ਕੋਸ਼ਿਸ਼ ਕਰਦੇ ਆ, ਪਰ ਕਈ ਵਾਰੀ ਉਹ ਚਲੇ ਜਾਂਦੇ। ਹੁਣ ਅੱਗੇ ਤੋਂ ਹੋਰ ਸਟ੍ਰਿਕਟ ਇੰਸਟਰਕਸ਼ਨਸ ਦੇਵਾਂਗੇ, ਹੋਰ ਸਟ੍ਰਿਕਟ ਹੋ ਜਾਣ। ਲੇਡੀਜ਼ ਹੁਣ ਕਿੱਥੇ ਐਡਮਿਟ ਹੈਗੀ ਹੈ, ਕਿਹੜੇ ਵਾਰਡ ਦੇ ਵਿੱਚ ਹੈ? ਹੁਣ ਜਿਹੜੀ ਲੇਡੀ ਹੈਗੀ ਹੈ ਉਹ ਪੋਸਟਨੇਟਲ ਵਾਰਡ ਦੇ ਵਿੱਚ ਐਡਮਿਟਡ ਹੈ ਸਾਡੇ ਕੋਲ। ਕਰੀਬਨ ਮੈਂ 15 ਤੋਂ 20 ਮਿੰਟ ਹੋਏ ਮੈਨੂੰ ਇੱਥੇ ਸਿਵਲ